ਅੱਗੇ ਵਧਦੇ ਹਾਂ ਤੇ ਗੱਲ ਡੇਰਾ ਮੁਖੀ ਦੀ। ਡੇਰਾ ਮੁਖੀ ਰਾਮ ਰਹੀਮ ਇੱਕ ਵਾਰ ਮੁੜ ਤੋਂ ਜੇਲ੍ਹ ਤੋਂ ਬਾਹਰ ਆਉਣਾ ਚਾਹੁੰਦਾ ਹੈ। ਪੈਰੋਲ ਦੇ ਲਈ ਅਰਜ਼ੀ ਲਗਾਈ ਗਈ ਹੈ ਤੇ ਰਾਮ ਰਹੀਮ ਦੀ ਪੈਰੋਲ ਦੇ ਲਈ ਅਰਜ਼ੀ ਡੇਰੇ ਦੇ ਵੱਲੋਂ ਲਗਾਏ ਜਾਣ ਦੀ ਤਸਦੀਕ ਖੁਦ ਹਰਿਆਣਾ ਸਰਕਾਰ ਦੇ ਵਿੱਚ ਜੇਲ੍ਹ ਮੰਤਰੀ ਰਣਜੀਤ ਚੌਟਾਲਾ ਨੇ ਕੀਤੀ। ਨਿਊਜ਼ 18 ਨਾਲ ਗੱਲ ਕਰਦਿਆਂ ਚੌਟਾਲਾ ਨੇ ਇਸ ਨੂੰ ਇੱਕ ਕੈਦੀ ਦਾ ਹੱਕ ਦੱਸਿਆ ਤੇ ਕਿਹਾ ਕਿ ਉਹਨਾਂ ਇਸ ਅਰਜ਼ੀ ਨੂੰ ਅੱਗੇ ਕਾਰਵਾਈ ਦੇ ਲਈ ਭੇਜ ਦਿੱਤਾ ਹੈ। एक बड़ा रेगुलर फीचर है कि जब पैरोल के लिए एप्लीकेशन लगाएंगे तो हम उनकी एप्लीकेशन फॉरवर्ड कर देते हैं। दिन में एक नहीं बहुत एप्लीकेशन आती है। बाबा का चर्चा इस करके आप उनका चर्चा कर रहे हैं। हमारा काम है उनका एक ह्यूमन राइट्स में उनका अपना हक बनता है, उसको आगे मूव करने के लिए हमने उनकी एप्लीकेशन मूव कर दी। उधर डेरे के प्रबंधकों के ਵੱਲੋਂ लगाई गई अर्जी पिछे वजह शाह सतनाम के जन्मदिन ਨੂੰ ਮੰਨਿਆ ਜਾ ਰਿਹਾ ਹੈ। डेरा प्रमुख जेल तो बाहर आन, लेकिन यह फैसला डिविजनल कमिश्नर रोहतक डिविजनल कमिश्नर के वालों लिया जाना है। तो यह भी सवाल होने हैं कि डेरा प्रमुख को अगर पैरोल मिलती है तो की वो सरसे आएंगे या पिछली बार तरह बागपत दे विच जाएंगे। ਹੁਣ ਇੰਤਜ਼ਾਰ ਇਸ ਗੱਲ ਦਾ ਕਿ ਡੇਰਾ ਮੁਖੀ ਨੂੰ ਇੱਕ ਵਾਰ ਮੁੜ ਤੋਂ ਪੈਰੋਲ ਮਿਲਦੀ ਹੈ ਜਾਂ ਫਿਰ ਨਹੀਂ। ਇਸ ਤੋਂ ਪਹਿਲਾਂ ਡੇਰਾ ਮੁਖੀ ਨੂੰ ਜਦੋਂ ਪੈਰੋਲ ਮਿਲੀ ਹੈ ਤਾਂ ਖੂਬ ਸਿਆਸੀ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਮਾਹੌਲ ਗਰਮਾਉਂਦਾ ਹੋਇਆ ਨਜ਼ਰ ਆਇਆ ਹੈ। ਹੁਣ ਸਵਾਲ ਇਹ ਹੈ ਕਿ ਇਸ ਵਾਰ ਪੈਰੋਲ ਮਿਲੇਗੀ ਜਾਂ ਫਿਰ ਨਹੀਂ। ਅੱਗੇ ਵਧਦਿਆਂ ਤੇ ਗੱਲ ਹੋਵੇਗੀ ਹੁਣ ਰੈਸਲਰਸ ਦੀ। 올림픽ਨ ਪਹਿਲਵਾਨਾਂ ਦੇ ਵੱਲੋਂ ਕੁਸ਼ਤੀ ਸੰਘ ਦੇ ਪ੍ਰਧਾਨ ਅਤੇ ਕੋਚੇਸ ਦੇ ਉੱਤੇ ਲਗਾਏ ਸੰਗੀਨ ਇਲਜ਼ਾਮਾਂ ਦੇ ਵਿਚਾਲੇ ਖਿਡਾਰੀਆਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਅਤੇ ਦੂਜੇ ਦਿਨ 'ਚ ਖਿਡਾਰੀਆਂ ਦੇ ਰੋਸ ਪ੍ਰਦਰਸ਼ਨ ਦੀ ਸ਼ੁਰੂਆਤ ਪਹਿਲਵਾਨ ਬਜਰੰਗ ਪੁਨੀਆ ਦੀ ਅਪੀਲ ਦੇ ਨਾਲ ਹੋਈ, ਜਿਸ ਦੇ ਵਿੱਚ ਉਹਨਾਂ ਸਾਰੇ ਪਹਿਲਵਾਨਾਂ ਤੇ ਕੋਚਾਂ ਨੂੰ ਜੰਤਰ ਮੰਤਰ ਆਉਣ ਦਾ ਸੱਦਾ ਦਿੱਤਾ। और जंतर मंत्र में बैठे हैं तो मैं आप सभी से निवेदन करता हूं जो कुश्ती जगत से हैं, कोचेज हैं, हमारे गुरु हैं, खलीफा हैं और हमारे पहलवान हैं, ये हमारे गेम को बचाने की लड़ाई है, इसमें आप हमारे साथ खड़े होइए। ਬਜਰੰਗ ਪੁਨੀਆ ਦੀ ਇਸ ਅਪੀਲ ਤੋਂ ਬਾਅਦ ਪਹਿਲਵਾਨ ਜੰਤਰ ਮੰਤਰ ਪਹੁੰਚੇ ਅਤੇ ਸ਼ੁਰੂਆਤ ਮੌਨ ਵਰਤ ਰੱਖਣ ਦੇ ਨਾਲ ਹੋਈ। ਇਸ ਦੌਰਾਨ ਇਹਨਾਂ ਪਹਿਲਵਾਨਾਂ ਨੇ ਮੀਡੀਆ ਤੋਂ ਵੀ ਦੂਰੀ ਬਣਾ ਕੇ ਰੱਖੀ। ਇਸ ਵਿਚਾਲੇ ਕੇਂਦਰ ਦੇ ਵੱਲੋਂ ਇਹਨਾਂ ਪਹਿਲਵਾਨਾਂ ਨੂੰ ਮਿਲਣ ਦੇ ਲਈ ਬਬੀਤਾ ਫੋਗਾਟ ਨੂੰ ਧਰਨੇ ਵਾਲੀ ਥਾਂ ਤੇ ਭੇਜਿਆ ਗਿਆ, ਜਿਸ ਤੋਂ ਬਾਅਦ ਇਹਨਾਂ ਪਹਿਲਵਾਨਾਂ ਨੂੰ ਖੇਡ ਮੰਤਰਾਲੇ 'ਚ ਸੱਦਿਆ ਗਿਆ। ਕੇਂਦਰ ਸਰਕਾਰ ਦੇ ਵੱਲੋਂ ਜਿੱਥੇ ਇਸ ਪੂਰੇ ਮਾਮਲੇ ਤੇ 72 ਘੰਟਿਆਂ 'ਚ ਰਿਪੋਰਟ ਮੰਗੀ ਗਈ ਹੈ, ਪਰ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਤੋਂ ਬਾਅਦ ਪਹਿਲਵਾਨਾਂ ਨੇ ਕਿਹਾ ਕਿ ਮੀਟਿੰਗ ਦੇ ਵਿੱਚ ਕੋਈ ਠੋਸ ਫੈਸਲਾ ਨਹੀਂ ਹੋਇਆ ਅਤੇ ਉਹ ਹੁਣ FIR ਦਰਜ ਕਰਵਾਉਣਗੇ। वो कौन होते हैं डिसाइड करने वाले, वो कब रिजाइन करेंगे? हमारे साथ गलत हुआ है, उनके साथ गलत हुआ है, वो डिसाइड करेंगे क्या कब क्या होगा? हम डिसाइड करेंगे कब वो रिजाइन देंगे। और आज अगर ठोस कार्रवाई नहीं हुई तो कल हम और भी ठोस कार्रवाई की कोशिश पूरी। इन्हां रैसलर ਦਾ ਸਮਰਥਨ ਕਰਨ ਦੇ ਲਈ द्रोणाचार्य अवार्डी कुश्ती कोच महावीर फोगाट भी जंतर मंतर पहुंच गए। कोई भी जो अध्यक्ष है फेडरेशन के, तो उसमें जो है सवाल उठाना सिर्फ नुकसान उठाना है। जो आज जो इन्होंने हिम्मत करके ये जो सवाल उठाया है, तो मैं तुम्हें हिम्मत है इनकी, क्यों जो फेडरेशन का अध्यक्ष ब्रजभूषण बाहुबली है, किसी को जो धमकी दे देता है तेरे कुश्ती से बाहर कर दूंगा, तेरे पर अनुशासन नहीं तय करा तेरे कुश्ती नहीं लड़ने दूंगा। ਪੂਰਾ ਮਾਮਲਾ ਉਸ ਵੇਲੇ ਗਰਮਾਇਆ ਜਦੋਂ ਬੀਤੇ ਦਿਨ ਪਹਿਲਵਾਨਾਂ ਨੇ ਕੁਸ਼ਤੀ ਫੈਡਰੇਸ਼ਨ ਦੇ ਅੰਦਰ ਗੜਬੜੀ ਦਾ ਸਵਾਲ ਚੁੱਕਿਆ ਸੀ ਤੇ ਫੈਡਰੇਸ਼ਨ ਨੂੰ ਭੰਗ ਕਰਨ ਦੀ ਮੰਗ ਕੀਤੀ ਸੀ। ਤਾਂ ਉਧਰ ਖਿਡਾਰੀਆਂ ਦੇ ਇਸ ਪ੍ਰਦਰਸ਼ਨ ਤੋਂ ਬਾਅਦ ਫੈਡਰੇਸ਼ਨ ਦੇ ਪ੍ਰਧਾਨ ਨੇ ਇਸ ਨੂੰ ਨਵੇਂ ਨਿਯਮਾਂ ਦੇ ਵਿਰੋਧ ਦਾ ਮਾਮਲਾ ਕਰਾਰ ਦੇ ਦਿੱਤਾ ਅਤੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਨੇ ਦਾਅਵਾ ਕੀਤਾ ਕਿ ਪਿਛਲੇ 10 ਸਾਲਾਂ ਦੇ ਵਿੱਚ ਉਹਨਾਂ ਨੇ ਨਿਯਮਾਂ ਦੇ ਵਿੱਚ ਤਬਦੀਲੀ ਕਰਕੇ ਨਵੇਂ ਖਿਡਾਰੀਆਂ ਦੇ ਲਈ ਵਧੇਰੇ ਮੌਕੇ ਦਿੱਤੇ ਨੇ, ਜਿਸ ਦਾ ਵਿਰੋਧ ਹੋ ਰਿਹਾ ਹੈ। तो जो नेशनल लड़ करके खिलाड़ी आ रहे हैं उनको हम अगर कैंप से बाहर कर देंगे और जो नेशनल नहीं लड़े हैं या इंडिया के अंदर कोई टूर्नामेंट नहीं लड़े हैं तो उनको अगर हम कैंप में ले लेंगे तो ये उन खिलाड़ियों के साथ नाइंसाफ़ी होगी जो नेशनल लड़ करके आते हैं, क्योंकि ज़्यादातर गरीब परिवार के बच्चे हैं और सब ओलंपिक का सपना देख रहे हैं, सब वर्ल्ड का सपना देख रहे हैं, सब एशिया का सपना देख रहे हैं, सब इसी दिन के लिए तैयारी कर रहे हैं। ये पॉलिसी इनको पसंद नहीं आई। ਕੌਮੀ ਫੈਡਰੇਸ਼ਨ ਦੇ ਪ੍ਰਧਾਨ ਦੀ ਗੱਲ ਦਾ ਸਮਰਥਨ ਹਰਿਆਣਾ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਦੇ ਵੱਲੋਂ ਵੀ ਕੀਤਾ ਗਿਆ। मैं एक बात आप सबको बताना चाहूँगा कि ये जंतर मंतर पे बैठकर ओलंपियन और इंटरनेशनल खिलाड़ी नहीं बने हैं। इन्हीं खिलाड़ियों के मुंह से मैंने 1000 बार बजरंग पूनिया और दूसरे खिलाड़ियों के मुंह से ये सुना है। और भारतीय कुश्ती संघ के अध्यक्ष ने जो कुश्ती को जिस मुकाम पे लेके गए हैं
उनकी तारीफ में इतने कसीदे पढ़ते हुए मैंने देखा स्टेजों पे भी और खुद में भी, और आज वो इस तरह की बातें कर रहे हैं। ਉਧਰ ਧਰਨਾ ਦੇ ਰਹੇ ਪਹਿਲਵਾਨਾਂ ਨੇ ਵੀ ਕਿਹਾ ਕਿ ਹੁਣ ਉਹ ਨੈਸ਼ਨਲ ਨਹੀਂ ਖੇਡਣਗੇ ਅਤੇ 올림픽ਸ ਦੇ ਵਿੱਚ ਸਿੱਧੇ ਜਾਣ ਦੇ ਲਈ ਤਿਆਰ ਨੇ। खेलेगा जितने आ रहे हैं, कोई नेशनल नहीं खेलेगा। हम खिलाड़ी सारे सीधे ओलंपिक्स में जाने को तैयार हैं। ਖਿਡਾਰੀਆਂ ਦੇ ਰੋਸ ਜ਼ਾਹਰ ਕਰਨ ਪਿੱਛੇ ਅਸਲ ਵਜ੍ਹਾ ਕੀ ਹੈ, ਇਹ ਸਪਸ਼ਟ ਹੋਣਾ ਵੀ ਅਜੇ ਜ਼ਰੂਰੀ ਹੈ। ਉਧਰ ਖਿਡਾਰੀਆਂ ਦੇ ਇਸ ਪ੍ਰਦਰਸ਼ਨ ਨੂੰ ਲੈ ਕੇ, ਕਿਉਂਕਿ 올림픽 ਦੇ ਵਿੱਚ ਮੈਡਲ ਜਿੱਤਣ ਵਾਲੇ ਖਿਡਾਰੀ ਵੀ ਜੰਤਰ ਮੰਤਰ ਤੇ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਤਾਂ ਪੂਰੀ ਦੁਨੀਆ ਦੀ ਨਜ਼ਰਾਂ ਉਸ ਦੇ ਉੱਤੇ ਨੇ, ਤਾਂ ਖਿਡਾਰੀਆਂ ਦੇ ਇਸ ਪ੍ਰਦਰਸ਼ਨ ਨੂੰ ਲੈ ਕੇ ਸਿਆਸਤ ਵੀ ਦੇਸ਼ ਦੇ ਵਿੱਚ ਗਰਮਾਈ ਹੋਈ ਹੈ। ਹਰਿਆਣਾ ਦੇ ਵਿੱਚ ਕਾਂਗਰਸ ਨੇ ਤਾਂ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ। सरकारों की चुप्पी देश के हर नागरिक के दिल में चुभ रही है, चाहे वो भारत सरकार हो चाहे वो हरियाणा सरकार हो। हमारे खिलाड़ियों का मान सम्मान बहाल करने की जिम्मेदारी सरकार ले, तुरंत कार्रवाई हो। पहली मांग है कि कुश्ती संघ को बर्खास्त किया जाए। ਉਧਰ ਕੇਂਦਰ ਸਰਕਾਰ ਦੇ ਵਿੱਚ ਮੰਤਰੀ ਸੰਜੀਵ ਬਾਲਿਆਣ ਨੇ ਕਿਹਾ ਕਿ ਸਰਕਾਰ ਇਸ ਪੂਰੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈ ਰਹੀ ਹੈ। अगर खिलाड़ियों का कोई कंसर्न है तो उनकी बात पर तवज्जो भी दी जानी चाहिए, उनसे वो भी होना चाहिए। मैंने भी आज बजरंग पूनिया, चूंकि सभी खिलाड़ियों से मेरा परिचय रहता है, मैंने उनसे आज फ़ोन पर बात की थी। खिलाड़ियों के जो भी कंसर्न है उस पर ध्यान सरकार जरूर निश्चित रूप से देगी, ऐसा मुझे विश्वास है। ਖਿਡਾਰੀਆਂ ਦੇ ਮਾਮਲੇ ਦੇ ਵਿੱਚ ਖਾਪ ਪੰਚਾਇਤਾਂ ਵੀ ਨਿਤਰੀਆਂ ਤੇ ਦਾਦਰੀ ਦੇ ਵਿੱਚ ਖਾਪ ਪੰਚਾਇਤਾਂ ਨੇ ਖਿਡਾਰੀਆਂ ਨੂੰ ਸਮਰਥਨ ਦਾ ਐਲਾਨ ਕੀਤਾ। और जो खिलाड़ियों के साथ जो अन्याय हुआ है, पूरी दादरी जिले की सभी खापों ने उनका समर्थन किया है, खिलाड़ियों का। ਖਿਡਾਰੀਆਂ ਦੇ ਮਾਮਲੇ ਤੇ ਸਿਆਸੀ ਧਿਰਾਂ ਦਾ ਪ੍ਰਤੀਕਰਮ ਇਸ ਮਾਮਲੇ ਨੂੰ ਇੱਕ ਨਵਾਂ ਮੋੜ ਦਿੰਦਾ ਹੋਇਆ ਵੀ ਨਜ਼ਰ ਆ ਰਿਹਾ ਹੈ। ਖੈਰ 올림픽ਸ ਦੇ ਵਿੱਚ ਜਿੱਤਣ ਵਾਲੇ ਖਿਡਾਰੀ ਜਿਨ੍ਹਾਂ ਨੇ ਮੈਡਲ ਜਿੱਤਿਆ, ਦੇਸ਼ ਦਾ ਨਾਮ ਰੌਸ਼ਨ ਕੀਤਾ, ਤੇ ਜਦੋਂ ਉਹਨਾਂ ਨੂੰ ਧਰਨਾ ਪ੍ਰਦਰਸ਼ਨ ਉਹ ਵੀ ਕੁਸ਼ਤੀ ਸੰਘ ਦੇ ਖਿਲਾਫ ਹੀ ਜੰਤਰ ਮੰਤਰ ਦਿੱਲੀ ਦੇ ਉੱਤੇ ਜਾ ਕੇ ਦੇਣਾ ਪਵੇ ਧਰਨਾ, ਫਿਰ ਫਰਕ ਤਾਂ ਪੈਂਦਾ ਹੈ।